इमाम मस्जिद को अपनी बीवी को ज़हनी अजियत देने से सुकून मिलता था। कैसे अनम की ज़िंदगी बर्बाद कर दी, कैसे उसे ज़हनी अजियत देता था। जब उससे जी नहीं भरा तो उस पर तशद्दुद करना शुरू कर दिया। जब उससे भी दिल नहीं भरा तो अनम का गला दबाया और अनम को दुनिया से रुखसत कर दिया। इस वक्त उसकी वालिदा मेरे साथ मौजूद हैं। तो पता लग गया सी कि जी सस थी, ਉਹਦੀ ਜ਼ੁਬਾਨ ਲੰਬੀ ਸੀ, ਉਹ ਬਦਤਮੀਜ਼ ਸੀ, ਉਹਨੂੰ ਤਾਨੇ ਦਿੰਦੀ ਸੀ। ਹਾਂਜੀ ਤਾਨੇ ਦਿੰਦੀ ਤੂੰ ਅਨਪੜ੍ਹ। ਅੱਛਾ ਤੂੰ ਅਨਪੜ੍ਹ ਹੈ। ਅਨਪੜ੍ਹ ਜਦੋਂ ਵਿਆਹ ਕਰਨਾ ਸੀ ਉਸ ਤੋਂ ਪਹਿਲੇ ਤੁਸੀਂ ਦੱਸਿਆ ਸੀ ਕਿ ਮੇਰੀ ਬੱਚੀ ਪਰੀ ਨਹੀਂ ਹੋਈ। ਹਾਂਜੀ ਦੱਸਿਆ ਸੀ, ਉਹਨੇ ਆਖਿਆ ਕੋਈ ਨਹੀਂ ਆਪੇ ਪੜਾ ਲਿਆ। ਉਦੋਂ ਲੈ ਗਏ। ਹਾਂਜੀ ਉਦੋਂ ਤੇ ਬਾਅਦ ਚੋਂ ਤਾਨੇ ਦਿੰਦੇ ਸੀ, ਅਜ਼ੀਅਤ ਦਿੰਦੇ ਸੀ। ਹਾਂਜੀ 10-15-20 ਦਿਨ ਹੋਇਆ ਮੈਂ ਆਪਣੇ ਬੱਚੇ ਦਾ ਸ਼ਗਨ ਕਰਨਾ ਸੀ। ਮੈਂ ਉਹਨਾਂ ਨੂੰ ਬੁਲਾਇਆ ਸੀ ਆਪਣੇ ਕੋਲ, ਆਪਣੇ ਬੱਚੇ ਨੂੰ ਜਵਾਈ ਨੂੰ ਵੀ, ਉਹਦਾ ਮਾਂ ਪਿਓ ਨਹੀਂ ਆਇਆ, ਜਵਾਈ ਆਇਆ ਹੈ। ਤੈਨੂੰ ਮੈਂ ਦਿਆ ਪਸਾ ਮੈਨੂੰ ਵੀ ਲਾਇਆ, ਕਹਿੰਦਾ ਵੱਢ ਛੜਾਂਗਾ ਨਾ ਮੇਰੇ ਮਗਰ ਆਏਗਾ ਤਾਂ ਵੱਢ ਛੜਾਂਗਾ ਤੇ ਮੇਰੇ ਮਗਰ ਇੱਥੇ ਕਹਿ ਗਿਆ ਸੀ ਇੱਥੇ ਕਹਿ ਤੇ ਤੁਸੀਂ ਫਿਰ ਕਿਉਂ ਭੇਜੀ? ਫਿਰ ਨਹੀਂ ਅਸੀਂ ਭੇਜੀ, ਨਹੀਂ ਭੇਜੀ। ਫਿਰ ਉਹਦਾ ਮਾਂ ਪਿਓ ਆ ਕੇ ਤਰਲੇ ਨੂੰ ਤਾਲਾ ਪਿਆ ਕਰ ਤੁਸੀਂ ਭੇਜਤੀ। ਅਸੀਂ ਆਖੇ ਚਲੋ ਅਸੀਂ ਤੇ ਵਈ ਵਸਾਨੀ ਸਾਨੂੰ ਕੀ ਐ ਜ਼ੁਲਮ ਦਾ ਪਤਾ ਸੀ। ਮੰਗਲ ਨੂੰ ਕਲਾਇਆ, ਉਹਨੇ ਆਪਣੇ ਮਾਂ ਪਿਓ ਘਰ ਹੀ ਰੱਖਿਆ, ਜੁਮੇ ਨੂੰ ਆਪਣੇ ਘਰ ਖੜੇ। ਅਬ ਤੈਨੂੰ ਮੇਰੀ ਧੀ ਕੱਪੜੇ ਧੋਂਦੀ ਰਹੀ ਹੈ ਸਾਰੀ ਦਿਹਾੜੀ ਤੇ ਅਬ ਤੈਨੂੰ ਸ਼ਾਮ ਮੇਰੀ ਧੀ ਦਾ ਗਲਾ ਦਬਾਇਆ, ਗਰਦਨ ਪਿੱਛੇ ਨੂੰ ਕਰਕੇ ਤੋੜੀ। ਇਹ ਦੰਦ 'ਚੋਂ ਵੀ ਖੂਨ ਨਿਕਲਦਾ, ਦੰਦ ਹਿੱਲਿਆ ਜਾਂਦਾ, ਇਹ ਨੱਕ 'ਚੋਂ ਵੀ ਨੱਕ ਨੋਜ਼ ਜਿਹੜੀ ਹੈ ਮੈਂ ਤੀਲੀ ਵਿੱਚ ਡਿੰਗੀ ਹੋ ਗਈ ਸੀ, ਖੂਨ ਵਗਿਆ। ਇਹ ਬਾਹਾਂ ਤੇਰੇ ਰੱਸੇ ਬੰਨੇ ਦੇ। ਮੇਰੀ ਧੀ ਨੂੰ ਮੇਰੇ ਕਿਸ ਤਰ੍ਹਾਂ ਮਾਰਿਆ, ਕਿਹੜੇ ਹਾਲਾਤ ਹੈ, ਕਿਹੜੇ ਤੋਸ਼ੇ ਕੀ ਮੰਗਿਆ, ਪਾਣੀ ਮੰਗਿਆ, ਕਿਹਨੂੰ ਯਾਦ ਕੀਤਾ, ਮਾਂ ਨੂੰ ਕੀਤਾ, ਬੱਚਿਆਂ ਨੂੰ ਕੀਤਾ, ਕੀ ਰੋਈ ਹੈ, ਕਿਸ ਤਰ੍ਹਾਂ ਮੇਰੀ ਧੀ ਦੀ ਜਾਨ ਮੁੱਕੀ ਹੈ, ਕਿਸ ਤਰ੍ਹਾਂ ਦੀ ਅੱਡੀ ਜਵਾਨ ਮੇਰੀ ਧੀ। इमाम मस्जिद को अपनी बीवी को ज़हनी अजियत देने से सुकून मिलता था। ये वो बदबख्त इंसान है कि जो लोगों को हदायत करता है, जो लोगों को तलकीन करता है कि 5 वक्त की नमाज़ पढ़नी है और उन्हें दुनिया में ज़िंदगी गुजारने के ये तरीके बताता है कि आपने अपनी आखिरत कैसे संवारनी है। लेकिन बदबख्त अपनी ज़िंदगी कैसे गुजारा था, कैसे अनम की ज़िंदगी बर्बाद कर दी, कैसे उसे ज़हनी अजियत देता था। जब उससे जी नहीं भरा तो उस पर तशद्दुद करना शुरू कर दिया। जब उससे भी दिल नहीं भरा तो अनम का गला दबाया और अनम को दुनिया से रुखसत कर दिया। इस वक्त उसकी वालिदा मेरे साथ मौजूद हैं। दुख की इस घड़ी में हम लोग इनके साथ हैं, लेकिन इनका दुख तो कम नहीं कर सकते, लेकिन दुख बांट ज़रूर सकते हैं। बदबख्ती, बदकिस्मती ये कि अभी वो बंदा, वो कारी, वो मौलवी, वो फ़रार है, अभी तक अरेस्ट नहीं किया गया पुलिस की जानिब से। माँ जी कितना अरसा पहले विआह किया सी ਇਹਦਾ ਅਨਮ ਦਾ? 5 ਸਾਲ ਪਹਿਲੇ। ਹਾਂਜੀ ਤੇ ਤੁਸੀਂ ਤੇ ਵਿਆਹ ਇਸ ਲਈ ਕੀਤਾ ਹੋਏਗਾ ਕਿ ਇਮਾਮ ਮਸਜਿਦ ਹੈਗੇ, ਨਮਾਜ਼ੀ ਇਹ ਪਰਹੇਜ਼ੀ ਇਹ। ਬਿਲਕੁਲ ਭਈਆ ਕਿ ਅਸੀਂ ਮਾਰੇ ਗਏ ਬੱਚਿਆਂ ਨੂੰ ਇਹਨਾਂ ਨਹੀਂ ਪੜ੍ਹਾ ਸਕੇ। ਮੈਂ ਚਲੋ ਕੋਈ ਮੇਰੇ ਬੱਚਿਆਂ ਨੂੰ ਥੋੜ੍ਹੀ ਬਹੁਤੀ ਤਰਬੀਅਤ ਹੋ ਜਾਏਗੀ। ਮਾਂ ਮਸਜਿਦ ਦਾ ਚਲੋ ਕਾਰੀ ਆ, ਮੁਖਤੀ ਆ ਵੱਡਾ। ਕਿੰਨੇ ਰਿਸ਼ਤਾ ਵੇਖਿਆ ਸੀ? ਵੇਖਿਆ ਸੀ ਮੈਂ ਹੀ ਵੇਖਿਆ, ਮੇਰੇ ਬਾਈ ਨੇ ਮੈਨੂੰ ਦੱਸਿਆ ਸੀ ਤੇ ਮੈਂ ਹੀ ਵੇਖਿਆ ਸੀ। ਮੇਰੀ ਬਾਜੀ ਉੱਥੇ ਰਹਿੰਦੀ ਸੀ, ਉਹਨੇ ਆਖਿਆ ਵੀ ਬਸ ਜਿਹੜੀ ਇਹਦੀ ਮਾਂ ਹੈ ਨਾ ਇਹ ਥੋੜ੍ਹੀ ਜਜ਼ਬਾਤੀ ਹੈ, ਥੋੜ੍ਹੀ ਮਾਂ ਨੂੰਹਾਂ ਨੂੰ ਨਹੀਂ ਠੀਕ ਰੱਖਦੀ, ਜ਼ੁਬਾਨ ਤਰਾਜ਼ ਹੈ ਅਤੇ ਤੁਸੀਂ ਵੇਖ ਲਵੋ ਜੇ ਤੁਹਾਡਾ ਦਿਲ ਕਰਦਾ। ਅਤੇ ਮੈਂ ਆਖਿਆ ਬਾਜੀ ਚਲੋ ਮਾਵਾਂ ਕਿਹੜੀਆਂ ਨਾ ਰਹਿੰਦੀਆਂ ਨੇ, ਅਤੇ ਇਹ ਵੀ ਬੱਚਾ ਤਾਂ ਠੀਕ ਹੈ ਨਾ, ਬੱਚਾ ਮਾਂ ਮਸਜਿਦ ਹੈ, ਮੁਖਤੀ ਹੈ। ਇਹਨਾਂ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਜਿਹੜੀ ਇਹਦੀ ਸੱਸ ਸੀ ਉਹਦੀ ਜ਼ੁਬਾਨ ਲੰਬੀ ਸੀ, ਬਦਤਮੀਜ਼ ਸੀ। ਠੀਕ ਹੈ, ਤੁਸੀਂ ਵਿਆਹ ਕਰਤਾ? ਹਾਂਜੀ ਅਸੀਂ ਆਖਿਆ ਕਿ ਚਲੋ ਬੱਚਾ ਠੀਕ ਹੋਏਗਾ, ਸਾਡੇ ਬੱਚੇ ਨੂੰ ਅੱਛਾ ਪਿਆਰ ਸਲੂਕ। ਅਸੀਂ ਆਖਿਆ ਬੱਚਾ ਸਾਡਾ ਨਾਦਰਾ ਪੜ੍ਹੇਗੀ। ਤੇ ਬੱਚਾ ਕੀ ਕੰਮ ਕਰਦਾ ਸੀ? ਬੱਚਾ ਕੋਈ ਬਸ ਪੜ੍ਹਾਉਂਦਾ ਸੀ, ਪਹਿਲਾਂ ਪੜ੍ਹਦਾ ਸੀ ਫਿਰ ਪੜ੍ਹਾਉਂਦਾ ਹੈ। ਯਾਨੀ ਇਮਾਮ ਮਸਜਿਦ ਸੀ, ਮਦਰਸੇ ਪੜ੍ਹਾਉਂਦਾ ਸੀ, ਮਸਜਿਦ 'ਚ ਪੜ੍ਹਾਉਂਦਾ ਸੀ, ਲੋਕਾਂ ਨੂੰ ਬੱਚਿਆਂ ਨੂੰ ਹਿਫਜ਼ ਕਰਾਉਂਦਾ ਸੀ ਤੇ ਅਜ਼ਾਨ ਵੀ ਦਿੰਦਾ ਹੋਏਗਾ, ਜਮਾਤ ਵੀ ਕਰਾਉਂਦਾ ਹੋਏਗਾ। ਠੀਕ ਹੈ। ਕਿੰਨਾ ਅਰਸਾ ਵਿਆਹ ਰਿਹਾ? 5 ਸਾਲ ਵਿਆਹ ਰਿਹਾ। ਹਾਂਜੀ 5 ਸਾਲ। ਤੇ 5 ਸਾਲ 'ਚ ਕਦੀ ਅਨਮ ਨੇ ਆ ਕੇ ਸ਼ਿਕਾਇਤ ਕੀਤੀ ਕਿ ਇਹ ਮੈਨੂੰ ਮਾਰਦਾ ਹੈ, ਮੈਨੂੰ ਕੁੱਟਦਾ ਹੈ, ਮੇਰੇ 'ਤੇ ਤਸ਼ੱਦੁਦ ਕਰਦਾ ਹੈ, ਜ਼ਹਿਨੀ ਅਜ਼ੀਅਤ ਦਿੰਦਾ ਹੈ, ਭੁੱਖਾ ਰੱਖਦਾ ਹੈ? ਕਦੀ ਕਿਹਾ ਅਨਮ ਨੇ? ਨਹੀਂ ਇਹ ਨਹੀਂ ਆ, ਕਿਉਂ ਜੇ ਅਸੀਂ ਕਹਿੰਦਾ ਮੈਂ ਗੱਲ ਨਾ ਮੇਰੇ ਨਾਲ ਝਗੜਾ ਕਰਦਾ। ਕੋਈ ਵੀ ਮਾਂ ਕਹੇ ਗੱਲ ਤੇ ਮੇਰੇ ਨਾਲ ਝਗੜਾ ਕਰਨ ਲੱਗ ਪੈਂਦਾ। ਮਾਂ ਦੀ ਗੱਲ ਮੰਨੇਗਾ, ਮੇਰੀ ਗੱਲ ਨਹੀਂ ਮੰਨਦਾ। ਮੈਂ ਜਿੰਨੀ ਮਰਜ਼ੀ ਕਹਿ ਛੜਾਂਗਾ ਚੁੱਪ ਰਹੇਗਾ। ਪਹਿਲਾਂ ਠੀਕ ਰਿਹਾ, ਅਨਮ ਨੇ ਜੋ ਆਖਣਾ ਜਿਸ ਤਰ੍ਹਾਂ ਵੀ ਆਖਣਾ, ਅਨਮ ਨਾਲ ਅੱਛੇ ਸਲੂਕ ਨਾਲ ਪਿਆਰ ਹੈ, ਮੈਂ ਵੀ ਬੜੀ ਖੁਸ਼। ਚਲੋ ਮੇਰੀ ਧੀ ਆਪਣੇ ਘਰ ਸੌਖਾ ਖੁਸ਼ ਹੈ। ਤੇ ਫਿਰ ਕੀ ਹੋਇਆ? 2 ਸਾਲ ਤੋਂ ਨਾ 2 ਸਾਲ ਤੋਂ ਤੰਗ ਕਰਦਾ ਪਿਆ ਸੀ। ਕੀ ਹੋਇਆ ਸੀ ਇਸ ਦਾ ਮਾਮਲਾ? ਇਹ ਨਹੀਂ ਸਾਨੂੰ ਪਤਾ। ਮੈਂ ਆਖਿਆ ਉਹਦੀ ਮਾਂ ਕੀ ਕਹਿੰਦੀ ਸੀ ਕਿ ਮੈਂ ਤਾਂ ਕਿਤੇ ਹੋਰ ਵਿਆਹ ਕਰਨਾ ਹੈ? ਮਾਂ ਨੇ ਇਹੀ ਆਖਿਆ ਭੇਜ ਸੀ ਨਾ, ਮੈਂ ਵੀ ਹੁਣ ਆਪਣੇ ਬੱਚੇ ਦਾ ਇੱਕ ਹੋਰ ਕਰਨਾ ਹੀ ਫਸਕ। ਕਿਉਂ ਵਿਆਹ ਕਿਉਂ ਕਹਿੰਦੀ ਸੀ? ਕੀ ਕਹਿੰਦੀ ਸੀ? ਉਹਨੂੰ ਤਾਨੇ ਦਿੰਦੀ ਸੀ? ਹਾਂਜੀ ਤਾਨੇ ਦਿੰਦੀ ਤੂੰ ਅਨਪੜ੍ਹ। ਅੱਛਾ ਤੂੰ ਅਨਪੜ੍ਹ ਹੈ? ਅਨਪੜ੍ਹ।
ਤੂੰ ਪੜ੍ਹੀ ਦੀ ਨਹੀਂ, ਤੂੰ ਨਾਦਰਾ ਪੜ੍ਹੀ ਦੀ ਆ। ਤੁਸੀਂ ਤੇ ਪਹਿਲੇ ਦੱਸਤਾ ਸੀ ਸਾਰਾ? ਹਾਂ, ਇਹ ਸਭ ਕੁਝ ਦੱਸ ਰਿਹਾ। ਜਦੋਂ ਵਿਆਹ ਕਰਨਾ ਸੀ ਉਸ ਤੋਂ ਪਹਿਲੇ ਤੁਸੀਂ ਦੱਸਿਆ ਸੀ ਕਿ ਮੇਰੀ ਬੱਚੀ ਪਰੀ ਨਹੀਂ ਹੋਈ? ਅਸੀਂ ਦੱਸਿਆ ਸੀ। ਉਹਨੇ ਆਖਿਆ ਕੋਈ ਨਹੀਂ, ਆਪੇ ਪੜ੍ਹਾ ਲਿਆ। ਉਦੋਂ ਲੈ ਗਏ? ਹਾਂਜੀ, ਉਦੋਂ ਤੇ ਬਾਅਦ ਚੋਂ ਤਾਨੇ ਦਿੰਦੇ ਸੀ, ਹਾਂਜੀ, ਹੁਣ ਅਜ਼ੀਅਤ ਦਿੰਦੇ ਸੀ? ਹਾਂਜੀ, ਅਜ਼ੀਅਤ ਦਿੰਦੇ ਸੀ, ਇਹੀ ਕਹਿੰਦੇ ਸੀ। ਬਾਅਦ ਚ ਹੁਣ 10-15-20 ਦਿਨ ਹੋਇਆ, ਮੈਂ ਆਪਣੇ ਬੱਚੇ ਦਾ ਸ਼ਗਨ ਕਰਨਾ ਸੀ। ਮੈਂ ਉਹਨਾਂ ਨੂੰ ਬੁਲਾਇਆ ਸੀ ਆਪਣੇ ਕੋਲ, ਆਪਣੇ ਬੱਚੇ ਹੁਣ ਜਵਾਈ ਨੂੰ ਵੀ, ਉਹਦਾ ਮਾਂ ਪਿਓ ਨਹੀਂ ਆਇਆ, ਜਵਾਈ ਆਇਆ ਹੈ। 10-20 ਮਿੰਟ ਮੇਰੇ ਕੋਲ ਆ ਕੇ ਬੈਠਾ, ਘੰਟਾ ਬੈਠਾ ਆ, ਕੰਮ ਥੋੜ੍ਹਾ ਬਹੁਤਾ ਕੀਤਾ ਆ। ਬਾਅਦ ਚ ਕਹਿੰਦਾ ਮੈਂ ਆਉਣਾ ਜ਼ੋਹਰ ਦੀ ਨਮਾਜ਼ ਪੜ੍ਹਾ ਕੇ। ਮੈਂ ਕਾਕਾ ਮਹਿਮਾਨਾਂ ਨੇ ਆਉਣਾ 3 ਵਜੇ ਨਾਲ, ਤੇ 3 ਵਜੇ ਚਲੇ ਜਾਈਂ, ਮਹਿਮਾਨ ਹੋ ਕੇ ਚਲੇ ਜਾਵਾਂਗੇ। ਨਹੀਂ ਮਾਂ ਮੈਂ ਆ ਜਾਵਾਂਗਾ। ਬਾਅਦ ਚ ਆਇਆ 5:30-6 ਵਜੇ ਨਾਲ। ਮੈਂ ਕਾਕਾ ਤੁਸੀਂ ਹੁਣ ਆਇਆ ਸੀ? ਆ ਮਾਂ ਜੀ ਮੈਨੂੰ ਕੰਮ ਪੈ ਗਿਆ। ਮੈਂ ਕਿਹਾ ਅੱਛਾ ਚਲੋ। ਮੈਂ ਮੇਰਾ ਵੱਡਾ ਬੇਟਾ ਕਹਿੰਦਾ ਬਾਈ ਉੱਤੇ ਰੋਟੀ ਖਾਣਾ ਲੱਗਾ ਦਾ, ਖਾਈਏ। ਉਹਨਾਂ ਨੇ ਖਾਣਾ ਨਹੀਂ ਖਾਧਾ, ਇੱਥੇ ਗੱਡੀ ਖਲੋਤੀ, ਗੱਡੀ ਤੇ ਬਹਿ ਰਿਹਾ। ਬਾਅਦ 'ਚ ਫਿਰ ਮੇਰੇ ਬੇਟੇ ਨੇ ਆਖਿਆ ਬਾਈ ਅੰਦਰ ਆ ਜਾਓ। ਉਹਨੇ ਆਖਿਆ ਆ ਜਾਣਾ। ਦੂਸਰੇ ਨੇ ਆਖਿਆ ਬਾਈ ਅੰਦਰ ਆ ਜਾਓ। ਉਹਨੇ ਆਖਿਆ ਅੱਛਾ ਆ ਜਾਂਦੇ। ਬਸ ਇਹ ਗੱਲ ਕਹੀ ਹੈ। ਬਾਅਦ 'ਚ ਮੇਰੇ ਬੇਟੇ ਨੇ ਇੰਨੀ ਗੱਲ ਆਖੀ ਹੈ, ਮੇਰੀ ਬੱਚੀ ਨੇ ਆਖਿਆ ਵੀ ਤੁਸੀਂ ਨਾ ਆਪਣੇ ਭਾਈ ਨੂੰ ਅੰਦਰ ਬੁਲਾ ਲਓ, ਕਿਉਂਕਿ ਬਾਹਰ ਬੈਠਾ ਦਾ। ਉਹਨੇ ਆਖਿਆ ਖੈਰ ਅਸੀਂ ਕਿਹੜਾ ਸਿਰ 'ਤੇ ਚੁੱਕ ਲਾਈਆਂ, ਕਿੰਨੀਆਂ ਦਫਾ ਤਾਂ ਭਾਈ ਨੂੰ ਕਹਿ ਛੱਡਿਆ, ਭਾਈ ਆਉਂਦਾ ਨਹੀਂ ਪਿਆ। ਉਹਨੇ ਇੰਨੀ ਗੱਲ ਸੁਣੀ ਆ, ਤੇ ਉਹਨਾਂ ਨੇ ਜਾ ਕੇ ਤੇ ਮੇਰੇ ਬੇਟੇ ਨੂੰ ਕਹਿੰਦਾ ਕੀ ਗੱਲ ਹੈ, ਕੀ ਤਕਲੀਫ ਹੈ? ਖੈਰ ਹੀ ਹੈ। ਉਹ ਚੁੱਪ ਕਰ। ਮੈਂ ਪਤਾ ਤੈਨੂੰ ਨਹੀਂ ਕੁਛ? ਮੇਰੇ ਬੇਟੇ ਨੇ ਆਖਿਆ, ਕਹਿੰਦਾ ਬਦਮਾਸ਼ ਨਾ, ਇਹ ਤਾਂ ਬਦਮਾਸ਼ਾਂ ਨੂੰ ਸਾਂਭ, ਮੈਂ ਚੱਲਾਂ। ਮੈਂ ਕਿਹਾ ਪੁੱਤਰ ਇੱਥੇ ਖਲੋ, ਇੱਥੇ ਤੇ ਬਹਿ, ਕਿੱਥੇ ਚੱਲਣਾ? ਬੈਠਾ ਨਹੀਂ, ਚਲੇ ਗਏ। ਮੇਰੇ ਭਾਈ ਸੀ ਆ, ਮੇਰੇ ਭਾਈ ਨੇ ਫੜ ਲਿਆ। ਨੇ ਆਖਿਆ ਮਾਮੂ ਮੈਨੂੰ ਛੱਡ। ਉਹਨੇ ਆਖਿਆ ਯਾ ਮਾਮੂ ਆਖਣਾ ਪਿਆ, ਮੇਰੀ ਗੱਲ ਮੰਨ, ਕੀ ਕਿਹਾ ਤੈਨੂੰ ਆਤਫ ਨੇ? ਮੇਰੇ ਨਾਲ ਬਦਤਮੀਜ਼ੀ ਕੀਤੀ। ਉਹਨੇ ਆਖਿਆ ਹੀ ਆਤਫ ਨੂੰ ਪੁੱਛ ਲੈ। ਪੁੱਛਿਆ ਆਤੀ ਨੂੰ ਆਖਿਆ ਕੀ ਹੋਇਆ? ਮੈਂ ਤੇ ਇੰਨੀ ਗੱਲ ਆਖਿਆ। ਉਹਨੇ ਆਖਿਆ ਬਾਈ ਆ ਕੋਈ ਬਦਤਮੀਜ਼ੀ ਨਹੀਂ। ਚਲ ਇੰਨੀ ਗੱਲ ਆਖਿਆ ਬਾਈ, ਹੁਣ ਅਸੀਂ ਬਾਈ ਨੂੰ ਸਿਰ ਤੇ ਚੁੱਕ, ਜਦੋਂ ਸਾਰੇ ਜੀ ਤੈਨੂੰ ਆਖਦੇ ਪੈਣ ਤੇ ਅਸੀਂ ਇਹ ਤੇ ਬਦਤਮੀਜ਼ੀ ਨਹੀਂ। ਤੇ ਮੈਂ 5 ਸਾਲ ਹੋਏ ਤੁਹਾਡਾ ਇਹ ਬੜਾ ਲਿਹਾਜ਼ ਕਰਨਾ, 5 ਸਾਲ ਤੁਹਾਡੀ ਇੱਜ਼ਤ ਕਰਨੀ। ਉਹਨੇ ਆਖਿਆ ਬਾਈ ਅਸੀਂ ਵੀ 5 ਸਾਲ ਹੋਏ ਤੁਹਾਡੀ ਇੱਜ਼ਤ ਕਰਨੀ, ਤੇ ਇਹ ਹੁਣ ਇੱਜ਼ਤ ਹੈ ਸਿਲਾ ਸਾਨੂੰ ਲਗਾਉਂਦੇ ਹੋ। ਇੱਥੇ ਬੇਟਾ ਉਹਦਾ ਖੇਡਦਾ ਪਿਆ, ਉਹਨੂੰ ਚੁੱਕ ਕੇ ਤੇ ਲੈ ਗਏ। ਤੈਨੂੰ ਮੈਂ ਦਿਆ ਫਸਾ, ਮੈਨੂੰ ਵੀ ਲੈ ਜਾ। ਕਹਿੰਦਾ ਵੱਢ ਛੜਾਂਗਾ ਨਾ, ਮੇਰੇ ਮਗਰ ਆਏਗਾ ਤੇ ਵੱਢ ਛੜਾਂਗਾ ਤੈਨੂੰ। ਮੇਰੇ ਮਗਰ ਇੱਥੇ ਕਹਿ ਗਿਆ ਸੀ? ਇੱਥੇ ਕਹਿ ਗਿਆ। ਤੇ ਤੁਸੀਂ ਫਿਰ ਕਿਉਂ ਭੇਜੀ? ਫਿਰ ਨਹੀਂ ਅਸੀਂ ਭੇਜੀ। ਨਹੀਂ ਭੇਜੀ। ਫਿਰ ਉਹਦਾ ਮਾਂ ਪਿਓ ਆ ਕੇ ਤਰਲੇ ਮਿੰਨਤਾਂ ਲਾ ਪਿਆ ਕਰ, ਫਿਰ ਅਸੀਂ ਬੱਚੇ ਨੂੰ ਘੱਲਾਂ। ਸਾਡਾ ਬੱਚਾ ਰੋਂਦਾ, ਸਾਡਾ ਬੱਚਾ ਸਤਾਉਂਦਾ, ਸਾਡਾ ਬੱਚਾ ਪਰੇਸ਼ਾਨ ਕਰਦਾ, ਸਾਨੂੰ ਕੁੜੀ ਨੂੰ ਘੱਲਾਂ। ਫਿਰ ਮੈਂ ਉਹ ਲਾ ਪਿਆ ਕਹਿਣ। ਫਿਰ ਵੀ ਉਹਨੇ ਇੰਨੀ ਗੱਲ ਕਹੀ ਆ ਵੀ ਮੈਂ ਤੁਸੀਂ ਜੋ ਕਰਨਾ ਕਰ ਲਵੋ। ਮਾਂ ਨੂੰ ਕਹਿੰਦਾ ਜੋ ਤੁਸੀਂ ਫੈਸਲਾ ਕਰਨਾ ਕਰ ਲਓ, ਮੈਂ ਚੱਲਾਂ। ਇੰਨੀ ਗੱਲ ਕਰਕੇ ਚੱਲਾਂ। ਮੇਰਾ ਨਿੱਕਾ ਬੱਚਾ ਬੈਠਾ ਤਾਂ ਉਹਨਾਂ ਨੇ ਠੁੱਡ ਮਾਰਿਆ, ਜਿਹਨੇ ਇੰਨੀ ਗੱਲ ਕਹੀ ਸੀ ਵੀ ਅਸੀਂ ਸਿਰ ਤੇ ਚੁੱਕ। ਉਹਨੂੰ ਮਾਰ ਕੇ ਗਿਆ? ਉਹਨੂੰ ਠੁੱਡਾ ਮਾਰ ਕੇ ਗਿਆ? ਹਾਂਜੀ, ਉਹਨੂੰ ਠੁੱਡ ਮਾਰ। ਉਹਨੇ ਆਖਿਆ ਬਾਈ ਮੈਨੂੰ ਮਾਰਨਾ ਕਿਉਂ ਹੈ? ਉਹਨੂੰ ਨਾ ਗਿਰੇਵਾਨ ਨੇ ਫੜ ਲਿਆ। ਗਿਰੇਵਾਨ ਨੇ ਫੜ ਲਿਆ। ਮੇਰੇ ਪੁੱਤਰ ਦੇ ਮਰੋੜੇ ਨਾ, ਬਟਨ ਤੋੜਿਆ ਨਾ, ਗਿਰੇਵਾਨ ਪਾੜ ਚੜਿਆ, ਕਮੀਜ਼ ਸਾਰੀ ਪਾੜ ਚੜੀ ਗਈ। ਮੈਂ ਆਪਣੇ ਪੁੱਤਰ ਨੂੰ ਫੜ ਕੇ ਅੰਦਰ ਲੈ ਗਈ। ਉਹ ਮੇਰੇ ਪੁੱਤਰ ਨੂੰ ਫਿਰ ਮਾਰਨ ਜਾਂਦਾ, ਡੰਡਾ ਪਿਆ ਤਾਂ ਉਹਨੂੰ ਲੈ ਕੇ ਮਾਰ। ਮੇਰਾ ਦਾਦਾ ਬੁੱਢਾ ਹੈ ਛਡਾਉਣ ਨੂੰ, ਮੇਰਾ ਵੱਡਾ ਪੁੱਤਰ ਛਡਾਉਣ ਨੂੰ। ਫਿਰ ਉਹਦਾ ਮਾਂ ਪਿਓ ਫੜ ਕੇ ਤੇ ਇੱਥੇ ਲੈ ਆਇਆ। ਛੋਟੀ ਬੱਚੀ ਮੇਰੀ ਅੰਦਰ ਸੁੱਤੀ ਦੀ ਹੈ, ਨਿੱਕੀ ਅੰਨੂ ਦੀ ਬੇਟੀ। ਦਾਦੇ ਨੇ ਚੁੱਕਿਆ ਤੇ ਉਹ ਵੀ ਲੈ ਆਇਆ। ਅੰਨੂ ਮੇਰੀ ਕਹਿੰਦੀ ਹੈ ਮੈਨੂੰ ਅੱਬੂ ਕੁੜੀ ਫੜਾ ਜਾਓ, ਅੱਬੂ ਮੈਨੂੰ ਕੁੜੀ ਫੜਾ ਜਾਓ। ਅੱਬੂ ਨੇ ਫੜਿਆ ਮੋਟਰਸਾਈਕਲ ਨੂੰ ਲੈ ਗਿਆ। ਚੱਲ ਫਿਰ ਨਹੀਂ ਅਸੀਂ ਪਿੱਛਾ ਕੀਤਾ, ਅਸੀਂ ਆਖਿਆ ਚੱਲ ਖੈਰ। ਅੰਨੂ ਨੂੰ ਲੈ ਗਿਆ ਨਾਲ? ਨਹੀਂ, ਅੰਨੂ ਨੂੰ ਨਹੀਂ ਖੜਿਆ। ਛੋਟੀ ਬੱਚੀ ਵੀ ਲੈ ਗਿਆ ਆਪਣੀ, ਤੇ ਬੱਚਾ ਅੱਗੇ ਹੀ ਲੈ ਗਿਆ ਸੀ। ਅਨਮ ਕਿਦੋਂ ਗਈ ਘਰ? ਅਨਮ ਨੂੰ ਫਿਰ ਮੰਗਲ ਵਾਲੇ ਦਿਨ ਸ਼ਾਮ ਨੂੰ। ਮੰਗਲ ਵਾਲੇ ਦਿਨ ਆਪ ਆਇਆ ਸੀ ਲੈਣ? ਫਿਰ ਸਾਰੇ ਆਪਣੇ ਭੈਣ ਭਰਾ ਲੈ ਕੇ ਸਾਰੇ ਲੈ ਕੇ ਆਏ, ਤੁਸੀਂ ਭੇਜਤੀ? ਫਿਰ ਉਹਦਾ ਮਾਮੂ ਨੂੰ ਆਖਿਆ। ਮਾਮੂ ਕਹਿੰਦਾ ਮੈਂ ਜ਼ਿੰਮੇਵਾਰੀ ਚੁੱਕਣਾ, ਹੁਣ ਨਹੀਂ ਕੋਈ ਇਹ ਗਲਤੀ ਹੋਏਗੀ। ਉਹ ਕਹਿੰਦਾ ਮੈਂ ਤਸਲੀਮ ਕਰ ਲੈਣਾ, ਮੇਰੀ ਗਲਤੀ ਹੈ, ਮੈਂ ਹੀ ਗਲਤ ਹਾਂ, ਮੈਂ ਹੀ ਉਹਨਾਂ ਨਾਲ ਜ਼ਿਆਦਤੀ ਕਰਕੇ ਆਇਆ। ਪਰ ਹਾਲ ਹੁਣ ਨਾ ਮੈਂ ਜ਼ਿਆਦਤੀ ਕਰਾਂਗਾ, ਨਾ ਹੀ ਹੁਣ ਚੰਗੀ ਮਾਰ ਕਰ। ਮੇਰੇ ਬੱਚੇ ਨੇ ਪਰੇਸ਼ਾਨ ਮੈਨੂੰ ਕਰਦੇ ਪਏ, ਨਾ ਰੋਂਦੇ ਪਏ, ਨਾ ਬੱਚਾ ਕੋਈ ਨਹੀਂ ਸਾਂਭਦਾ ਪਿਆ, ਮਾਂ ਸਵਾ ਤੇ ਅਨਮ ਨੂੰ ਤੋੜ ਦਿਓ। ਉਹਦੇ ਪਿਓ ਵੀ ਆਇਆ, ਭਰਾ ਵੀ ਆਇਆ, ਮਾਮੇ ਨੇ ਵਾਸਤਾ ਕਰ ਲਿਆ, ਮਿਹਨਤ ਕੀਤੀ ਨਾ, ਦਾਦੇ ਦੇ ਵੀ ਕੀਤੇ ਨਾ, ਮੇਰੇ ਭਾਈ ਦੇ ਵੀ ਕੀਤੇ ਨਾ, ਭਣੋਜੇ ਤੁਸੀਂ ਦੇ। ਭੇਜਤੀ? ਅਸੀਂ ਆਖਿਆ ਚਲੋ ਅਸੀਂ ਤੇ ਬਈ ਧੀ ਵਸਾਣੀ, ਸਾਨੂੰ ਕੀ ਇਸ ਜ਼ੁਲਮ ਦਾ ਪਤਾ ਸੀ। ਅਸੀਂ ਆਖਿਆ ਧੀ ਵਸਾਣੀ ਆ। ਅਸੀਂ ਨਿੱਕੇ ਨਿੱਕੇ ਸਾਡੇ ਬੱਚੇ ਨਾ, ਧੀ ਵੀ ਪਰੇਸ਼ਾਨ ਆ, ਬੱਚੇ ਬਗੇ ਦੋ ਬੱਚੇ ਸਨ। 3 ਸਾਲ ਦਾ ਬੇਟਾ ਸੀ ਤੇ 9 ਮਹੀਨਿਆਂ ਦੀ ਬੱਚੀ ਸੀ। 9 ਮਹੀਨੇ ਦੀ ਬੱਚੀ ਹੈਗੀ? 9 ਮਹੀਨਿਆਂ ਦੀ ਬੱਚੀ ਹੈ। ਅਸੀਂ ਆਖਿਆ ਬੱਚਿਆਂ ਵਾਸਤੇ ਪਰੇਸ਼ਾਨ ਆ ਮੇਰੀ ਧੀ, ਤੇ ਅੰਦਰੋਂ ਬਾਹਰ ਰੋਂਦੀ ਰਹਿੰਦੀ ਹੈ। ਤੇ ਇਹੀ ਹੈ ਵੀ ਚੱਲ ਅਸੀਂ ਕਲਾ ਛੜੇ ਸਾਰਿਆਂ ਨੇ ਤਰਲੇ ਮਿਹਨਤ ਕੀਤਾ ਵਾਸਤੇ ਪਾਇਆ। ਨਹੀਂ ਹੁਣ ਅੱਗੋਂ ਗਲਤੀ ਹੋ ਗਈ, ਨਹੀਂ ਗਲਤੀ ਹੋ ਗਈ, ਤੁਸੀਂ ਕਲਾ ਦਿਓ। ਅਸੀਂ ਆਪਣੀ ਧੀ ਨੂੰ ਕਲਾ ਹੜੇ, ਮੰਗਲ ਨੂੰ ਕਲਾਇਆ। ਉਹਨੇ ਆਪਣੇ ਮਾਂ ਪਿਓ ਘਰ ਹੀ ਰੱਖਿਆ, ਜੁਮੇ ਨੂੰ ਆਪਣੇ ਘਰ ਖੜੇ। ਹਫ਼ਤੇ ਨੂੰ ਮੇਰੀ ਧੀ ਕੱਪੜੇ ਧੋਂਦੀ ਰਹੀ ਹੈ ਸਾਰੀ ਦਿਹਾੜੀ, ਤੇ ਹਫ਼ਤੇ ਨੂੰ ਸ਼ਾਮ ਮੇਰੀ ਧੀ ਦਾ ਗਲਾ ਦਬਾਇਆ।
ਗਰਦਨ ਪਿੱਛੇ ਨੂੰ ਕਰਕੇ ਤੋੜੀ ਆ। ਇਹ ਦੰਦ 'ਚੋਂ ਵੀ ਖੂਨ ਨਿਕਲਦਾ, ਦੰਦ ਹਿੱਲਿਆ ਦਾ ਟੁੱਟਾ। ਇਹ ਨੱਕ 'ਚੋਂ ਵੀ, ਨੱਕ ਨੋਜੀ ਜਿਹੜੀ ਆ ਨਾ ਤੀਲੀ ਵਿੱਚ ਡਿੰਗੀ ਹੋ ਗਈ ਦੀ ਸੀ, ਖੂਨ ਵਗਿਆ ਦਾ ਇਹ ਬਾਹਾਂ ਤੇਰੇ ਰੱਸੇ ਬੰਨੇ ਦੇ। ਮੇਰੀ ਧੀ ਨੂੰ ਮੇਰੇ ਕਿਸ ਤਰ੍ਹਾਂ ਮਾਰਿਆ, ਕਿਹੜੇ ਹਾਲਾਤ ਹੈ, ਕਿਹੜੇ ਤੋਸ਼ੇ ਕੀ ਮੰਗਿਆ, ਪਾਣੀ ਮੰਗਿਆ, ਕਿਹਨੂੰ ਯਾਦ ਕੀਤਾ, ਮਾਂ ਨੂੰ ਕੀਤਾ, ਬੱਚਿਆਂ ਨੂੰ ਕੀਤਾ, ਕੀ ਰੋਈ ਹੈ, ਕਿਸ ਤਰ੍ਹਾਂ ਮੇਰੀ ਧੀ ਦੀ ਜਾਨ ਮੁੱਕੀ ਹੈ, ਕਿਸ ਤਰ੍ਹਾਂ ਦੀ ਅੱਡੀ ਜਵਾਨ ਮੇਰੀ ਧੀ ਕਿਸ ਤਰੀਕੇ 'ਚ ਮੇਰੀ ਧੀ ਮਾਰਦੀ ਰਹੀ ਹੋਣੀ, ਮੈਨੂੰ ਬਚਾ ਲੈ, ਮੈਨੂੰ ਬਚਾ ਲੈ। ਮੇਰੀ ਧੀ ਨਾਲ ਕੀ ਤਰਸਿਆ, ਕਿਸ ਤਰ੍ਹਾਂ ਮੇਰੀ ਧੀ ਦੀ ਜਾਨ ਨਿਕਲੀ ਹੈ, ਕਿਸ ਤਰ੍ਹਾਂ ਮੇਰੀ ਧੀ ਮਰੀ। ਅੱਗੋਂ ਸੁਬਾਹ 5:30 ਦਾ ਟਾਈਮ ਹੈ, ਸੁਬਾਹ ਤੈਨੂੰ ਫੋਨ ਕੀਤਾ ਤੇ ਵੱਡੇ ਭਰਾ ਨੇ ਵੀ ਆਸਮ ਸਾਡੀ ਗੱਲ ਸੁਣ ਜਾਓ। ਆਸਮ ਨੇ ਆਖਿਆ ਖੈਰ ਹੀ ਇਤਵਾਰ ਮੈਂ ਠਹਿਰ ਕੇ ਆਉਣਾ ਹੈ, ਨਹੀਂ ਹੁਣੇ ਹੀ ਆ। ਆਸਮ ਨੇ ਮੈਨੂੰ ਆਖਿਆ ਮੀ ਅਸਰਾ ਨਾ ਉੱਧਰੋਂ ਆ ਫਤਿਹ ਭਾਈ ਦਾ ਫੋਨ ਆਇਆ ਡੋਗਰ ਚੌਂਕਾ ਵੀ ਸਾਡੀ ਗੱਲ ਸੁਣ ਜਾਓ। ਮੈਂ ਕਿਹਾ ਹੁਣ ਉਹਨੇ ਸਾਨੂੰ ਕੀ ਕਹਿਣਾ, ਮੰਗਲ ਨਾ ਸਾਡਾ ਫੋਨ ਵੀ ਨਹੀਂ ਸੀ ਕਰਾਉਂਦੇ ਰਹੇ, ਨੰਬਰ ਵੀ ਬੰਦ ਕਰ ਛੱਡਦਾ ਰਿਹਾ ਸੀ ਸਾਡਾ। ਅਸੀਂ ਫੋਨ ਕਰਨਾ, ਮੇਰੀ ਧੀ ਨੂੰ ਫੋਨ ਵੀ ਨਹੀਂ ਸਾਨੂੰ ਸੁਣਨ ਦੇਣਾ, ਨੰਬਰ ਬੰਦ। ਜੇ ਆਪਣਾ ਨੰਬਰ ਨੇ ਆਨ ਕਰਨਾ ਤਾਂ ਉੱਥੇ ਧਰ ਛੱਡਣਾ, ਸਾਡੇ ਨਾਲ ਗੱਲ ਨਹੀਂ ਕਰਨੀ। ਅੱਲਾਹ ਤਾਲਾ ਸਬਰ ਦੇਵੇ, ਉਹਨਾਂ ਨੇ ਵਾਪਸ ਨਹੀਂ ਆਣਾ, ਕਦੀ ਜ਼ਿੰਦਗੀ ਨਹੀਂ ਆਣਾ। ਇੱਕ ਹੀ ਮੇਰੀ ਧੀ ਨਹੀਂ, ਦੋ ਸੀ, ਇੱਕ ਛੋਟੀ ਇੱਕ ਵੱਡੀ। ਮੇਰੀ ਧੀ ਨੇ ਨਹੀਂ ਵਾਪਸ ਆਉਣਾ ਤੇ ਮੈਨੂੰ ਹੁਣ ਇਹਦਾ ਮਰਜ਼ੀ ਨੂੰ ਆਸੇ ਆਇਆ, ਫਿਰ ਮੈਨੂੰ ਇਹਦਾ ਤੇ ਘਰ ਫੜਿਆ ਗਿਆ ਕਿ ਨਹੀਂ? ਨਹੀਂ, ਘਰ ਹੀ ਨਹੀਂ ਹੈ, ਘਰ ही नहीं फरिया गया। बिल्कुल जी, अनम तकलीफ दुख अकेली बर्दाश्त करती रही। घर कभी आके उसने सिर्फ घर बसाना था ना वो बच्ची ने, उसने कभी घर अपने दादा को, दादी को, वालिदा को कभी शिकायत नहीं की, नहीं बताया कि वो किस हैवानियत में रहती रही, उसके साथ क्या सलूक होता रहा। वो सिर्फ अपना घर बसा रही थी अपने बच्चों के लिए, लेकिन क्या पता था कि उसका घर बसाना उसको महंगा पड़ जाएगा। मैं बार बार एक अल्फाज बोलता हूँ कि आप देखें कि आपने अपनी बच्चियाँ किन की तरफ ब्याई हैं। अगर आपको लगे ना कि आपने जानवर को दे दी हैं तो बच्ची घर बैठा ले। बदनामी के डर से बच्ची को तकलीफ़ में ना रखें, बच्ची को घर बैठा लें। ज़िंदा तो रहेगी, आपके सामने तो रहेगी ना। अल्लाह ताला हम सब के अहवाल पे रहम करे और माँ बाप को सब्र दे। और बदकिस्मती से कि अदारे कहाँ पर काम कर रहे हैं कि अभी तक जो मुलजिम हैं वो नहीं फड़िया गया, वो अरेस्ट नहीं हुए, वो आज़ाद घूम रहे हैं। वही अगर साड़ी धी मनामो मिट्टी थले चल गए तो वो आज़ाद फिर वो आज़ाद घूमता पे। हाँ जी, साड़ी धी उन्होंने फड़िया नहीं, उन्होंने फड़ दे जिस साड़ी धी दे ना तशद्दद कीते, सानू इंसाफ चाहिए।